ਸਾਧ ਸੰਗਤ ਜੀ, ਗੁਰੂ ਕਿਰਪਾ ਸਦਕਾ ਆਪ ਜੀ ਦੀਆਂ ਅਸੀਸਾਂ ਸਦਕਾ ਇੱਕ ਵਾਰ ਫਿਰ ਆਪ ਜੀ ਦੇ ਸਨਮੁਖ ਵਿਚਾਰਾਂ ਦੀ ਸਾਂਝ ਲੈ ਕੇ ਹਾਜ਼ਰ ਹੋਇਆ। ਆਪ ਦਾਸ ਦਾ YouTube ਚੈਨਲ ਗਿਆਨੀ ਬਲਵੰਤ ਸਿੰਘ ਹਮਦਮ ਜਿਸ ਤੇ ਵੀਡੀਓ ਸਰਵਣ ਕਰ ਰਹੇ ਹੋ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਮੈਂ ਦੱਸ ਦਿਆਂ, ਇੱਕ ਸਵਾਲ ਇੱਕ ਸਾਡੀ ਭੈਣ ਅਨੁਸ਼ਕਾ ਹੰਸ ਜੀ ਜੋ ਦੇਹਰਾਦੂਨ ਤੋਂ ਨੇ, ਉਹਨਾਂ ਨੇ ਅੰਮ੍ਰਿਤ ਵੇਲੇ ਦੀ ਵੀਡੀਓਜ਼ YouTube ਤੇ ਸਰਚ ਕੀਤੀਆਂ ਸਨ, ਜਿਸ ਨਾਲ ਮੇਰੀ YouTube ਦੀ ਵੀਡੀਓ ਅੰਮ੍ਰਿਤ ਵੇਲੇ ਦਾ ਸਮਾਂ ਉਹਨਾਂ ਦੇ ਸਾਹਮਣੇ ਆਈ। ਉਸ ਵੀਡੀਓ ਦੇ ਵਿੱਚੋਂ ਦਾਸ ਦਾ ਨੰਬਰ ਲੈ ਕੇ WhatsApp ਤੇ ਮੈਸੇਜ ਕੀਤਾ ਔਰ ਉਹਦੇ 'ਚ ਇੱਕ ਸਵਾਲ ਲਿਖਿਆ ਹੋਇਆ ਸੀ। ਬੜਾ ਇੰਟਰਸਟਿੰਗ ਸਵਾਲ ਹੈ ਕਿ 2 ਘੰਟੇ 40 ਮਿੰਟ ਦਾ ਦਸਵੰਧ ਕਿਵੇਂ ਕੱਢੀਏ। ਹੁਣ ਤੁਸੀਂ ਕਹੋਗੇ ਇਹ ਕਿਹੜਾ ਦਸਵੰਧ ਹੈ 2 ਘੰਟੇ 40 ਮਿੰਟ ਦਾ। ਗੁਰੂ ਸਾਹਿਬ ਨੇ ਤੇ ਸਾਨੂੰ ਨਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਣ ਲਈ ਕਿਹਾ ਹੈ, ਤੇ 2 ਘੰਟੇ 40 ਮਿੰਟ ਦਾ ਦਸਵੰਧ ਕੀ ਹੈ ਔਰ ਕਿਵੇਂ ਕੱਢਿਆ ਜਾਂਦਾ ਹੈ, ਕਿਵੇਂ ਕੱਢ ਸਕਦੇ ਹਾਂ ਜਿਹਦੇ ਨਾਲ ਸਾਡੇ ਘਰ ਪਰਿਵਾਰ ਦੇ ਅੰਦਰ ਖੁਸ਼ੀ ਬਣਾਵੇ ਔਰ ਸਾਡੀਆਂ ਆਉਣ ਵਾਲੀਆਂ ਕੁੱਲਾਂ ਵੀ ਰਾਜ ਭਾਗ ਭੋਗ ਸਕਣ। ਕਿਵੇਂ 2 ਘੰਟੇ 40 ਮਿੰਟ ਦਾ ਇਹ ਦਸਵੰਧ ਕੱਢੀਏ। ਵਿਚਾਰਾਂ ਦੀ ਸਾਂਝ ਕਰਾਂ ਇਸ ਤੋਂ ਪਹਿਲਾਂ ਗੁਰੂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਸਾਨੂੰ ਉਦਮ ਕਰਨ ਲਈ ਕਿਹਾ, ਉਦਮ ਕਰੀਂਦਿਆਂ ਜੀਉ ਤੂੰ ਕਮਾਵਦਿਆਂ ਸੁਖ ਪੁੰਚ, ਧਿਆਨ ਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਕਿ ਤੂੰ ਇਨਸਾਨ ਵਖੱਟੂ ਬਣ ਕੇ ਨਹੀਂ ਬਹਿਣਾ, ਬਲਕਿ ਉਦਮ ਕਰਨਾ ਹੈ। ਔਰ ਉਦਮ ਕਰਨ ਦੇ ਨਾਲ ਨਾਲ ਇੱਕ ਗੱਲ ਹੋਰ ਕਹਿ ਦਿੱਤੀ ਸਤਿਗੁਰੂ ਜੀ ਨੇ ਕਿ ਉਦਮ ਕਰਨਾ ਹੈ। ਉਸ ਉਦਮ ਦੇ ਵਿੱਚੋਂ, ਉਸ ਕਿਰਤ ਕਮਾਈ ਦੇ ਵਿੱਚੋਂ ਜਿਤਨੀ ਵੀ ਤੈਨੂੰ ਭਟਕ ਆਵੇ, ਜਿਤਨਾ ਵੀ ਤੈਨੂੰ ਸਾਰੇ ਦਿਨ ਦੇ ਵਿੱਚ ਮਾਇਆ ਆਵੇ, ਉਸ ਦੇ ਵਿੱਚੋਂ ਦਸਵੰਧ ਕੱਢਣਾ ਹੈ, 10ਵਾਂ ਹਿੱਸਾ ਕੱਢਣਾ ਹੈ ਗੁਰੂ ਦੇ ਨਾਲ, ਜਿਸ ਨੂੰ ਦਸਵੰਧ ਕਿਹਾ ਜਾਂਦਾ ਹੈ। ਇਹ ਤੇ ਹੋ ਗਿਆ ਕਿਰਤ ਕਮਾਈ ਦਾ ਦਸਵੰਧ। ਪਰ ਇਹ 2 ਘੰਟੇ 40 ਮਿੰਟ ਦਾ ਦਸਵੰਧ ਕਿਹੜਾ ਹੈ? 2 ਘੰਟੇ 40 ਮਿੰਟ ਦਾ ਦਸਵੰਧ ਉਹ ਹੈ ਜੋ 24 ਘੰਟੇ ਦੇ ਸਵਾਸ ਅਸੀਂ ਲੈਨੇ ਆ। 24 ਘੰਟੇ ਦੇ ਸਵਾਸਾਂ ਦੇ ਵਿੱਚੋਂ 2 ਘੰਟੇ 40 ਮਿੰਟ 10ਵਾਂ ਹਿੱਸਾ ਬਣਦਾ ਹੈ, ਉਹ ਗੁਰੂ ਦੇ ਨਾਲ ਆਣਾ ਹੈ। ਔਰ ਇਹ ਦਸਵੰਧ ਕਿਵੇਂ ਕੱਢਿਆ ਜਾ ਸਕਦਾ ਹੈ? ਇਹ ਸਵਾਲ ਮੇਰੀ ਭੈਣ ਅਨੁਸ਼ਕਾ ਹੰਸ ਜੀ ਨੇ ਕੀਤਾ। ਬਹੁਤ ਇੰਟਰਸਟਿੰਗ ਸਵਾਲ ਹੈ ਔਰ ਮਨ ਬਣਿਆ ਕਿ ਇਸ ਸੰਬੰਧੀ ਵੀਡੀਓ ਆਪ ਜੀ ਨਾਲ ਸਾਂਝੀ ਕੀਤੀ ਜਾਏ, ਵਿਚਾਰ ਸਾਂਝੀ ਕੀਤੀ ਜਾਏ। ਹੁਣ ਅੰਮ੍ਰਿਤ ਵੇਲੇ ਤੋਂ ਜੀਵਨ ਦੀ ਆਰੰਭਤਾ ਹੁੰਦੀ ਹੈ। ਉਹ ਫੁਟਾਲੇ ਤੋਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ, ਆਰੰਭਤਾ ਹੁੰਦੀ ਹੈ। ਦਿਨ ਚੜ੍ਹਨ ਤੋਂ ਸਾਡੇ ਜੀਵਨ ਦੀ ਆਰੰਭਤਾ ਹੁੰਦੀ ਹੈ। ਔਰ ਆਰੰਭਤਾ ਅਸੀਂ ਨਿਤਨੇਮ ਦੇ ਨਾਲ ਕਰਨੀ ਹੈ, 5 ਬਾਣੀਆਂ ਦਾ ਨਿਤਨੇਮ, ਜਿਹਦੇ ਵਿੱਚ ਅਸੀਂ ਪਹਿਲਾਂ ਮੂਲ ਮੰਤਰ ਵੀ ਕੁਝ ਸਮਾਂ ਕਰ ਸਕਦੇ ਹਾਂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਕੁਝ ਮਿੰਟ ਮੂਲ ਮੰਤਰ ਦਾ ਪਾਠ ਕਰੀਏ। ਫਿਰ ਉਸ ਤੋਂ ਬਾਅਦ ਵਾਹਿਗੁਰੂ ਮੰਤਰ ਦਾ ਕੁਝ ਸਮੇਂ ਸਿਮਰਨ ਕਰੀਏ। ਕਈ ਦੇਸ਼ ਨੂੰ ਤੋਤਾ ਰਟਣ ਕਹਿੰਦੇ ਨੇ, ਪਰ ਖਿਆਲ ਕਰਨਾ ਤੋਤਾ ਰਟਣ ਵੀ ਤੋਤੇ ਨੂੰ ਪਿੰਜਰੇ ਦੇ ਵਿੱਚੋਂ ਛੁਡਾ ਗਿਆ ਸੀ। ਅਸੀਂ ਵੀ ਆਪਣੇ ਮੁਖੋਂ ਹਰ ਵੇਲੇ ਹਰ ਸਮੇਂ ਉਸ ਪ੍ਰਮਾਤਮਾ ਨੂੰ ਯਾਦ ਕਰਨਾ ਹੈ। ਉਠਤ ਬੈਠ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰਿ ਕਾਈਏ। ਇਸ ਲਈ ਉਹਨਾਂ ਲੋਕਾਂ ਵੱਲ ਧਿਆਨ ਨਹੀਂ ਦੇਣਾ ਜਿਹੜੇ ਕਹਿੰਦੇ ਨੇ ਸਿਮਰਨ ਨਾ ਕਰੋ, ਵਾਹਿਗੁਰੂ ਮੰਤਰ ਨਾ ਜਪੋ। ਵੀ ਬੜੇ ਧਿਆਨ ਦੇ ਨਾਲ ਕਰਨਾ ਹੈ। ਜੋ ਕੁਝ ਮੁਖਾਰਬਿੰਦ ਤੋਂ ਅਸੀਂ ਪੜ੍ਹ ਰਹੇ ਹਾਂ, ਨਿਤਨੇਮ ਕਰ ਰਹੇ ਹਾਂ, ਬਾਣੀ ਮੂੰਹੋਂ ਨਿਕਲ ਰਹੀ ਹੈ, ਤੇ ਉਹ ਬਾਣੀ ਸਾਡੇ ਕੰਨਾਂ ਦੇ ਵਿੱਚ ਪੈਣੀ ਚਾਹੀਦੀ ਹੈ।
ਉਹਦੇ ਨਾਲ ਸਾਡੀ ਸੁਰਤ ਜੁੜੇ। ਧਿਆਨ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ, ਬਲਕਿ ਸੁਰਤ ਜੋੜਨੀ ਹੈ ਨਿਤਨੇਮ ਦੇ ਨਾਲ। ਕਿਉਂਕਿ ਜਦੋਂ ਧੁਨ ਜੁੜੇਗੀ, ਸੁਰਤ ਜੁੜੇਗੀ, ਤਾਂ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਸੁਰਤ ਸ਼ਬਦ ਪਉ ਸਾਗਰ ਤਰੀਏ, ਨਾਨਕ ਨਾਮ ਬਖਾਣੇ। ਜਾਂ ਕਹਿ ਲਈਏ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਤ ਕਹਾਣੀ। ਉਸ ਪਰਮ ਸ਼ਕਤੀ ਦੀ ਅਕਤ ਕਹਾਣੀ ਸਿਰਫ ਜਪਿਆ ਹੀ ਜਾਣੀ ਜਾ ਸਕਦੀ ਹੈ। ਸੁਰਤ ਪਰਮ ਸ਼ਕਤੀ ਦੇ ਨਾਮ ਵਿੱਚ ਜੋੜ ਕੇ ਹੀ ਉਸ ਪਰਮ ਸ਼ਕਤੀ ਦੀ ਅਕਤ ਕਹਾਣੀ ਨੂੰ ਜਾਣਿਆ ਜਾ ਸਕਦਾ ਹੈ, ਆਪਣੇ ਜੀਵਨ ਨੂੰ ਸਫਲਾ ਕੀਤਾ ਜਾ ਸਕਦਾ ਹੈ, ਜਿਹਦੇ ਲਈ ਅਸੀਂ ਸੰਸਾਰ ਤੇ ਆਏ ਹਾਂ। 80 ਲੱਖ ਜੁਨੀਆਂ ਤੋਂ ਬਾਅਦ ਇਹਦੀ ਸਾਨੂੰ ਮਿਲੀ 184 ਭ੍ਰਮਤਿਆਂ ਦੁਰਲਭ ਜਨਮ ਪਾਏ ਹੋਏ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ। ਕਿਉਂਕਿ ਮੌਤ ਦਾ ਦਿਨ ਨੇੜੇ ਆਂਦਾ ਜਾ ਰਿਹਾ ਹੈ, ਔਰ ਜਿਸ ਦਿਨ ਮੌਤ ਆ ਗਈ ਉਸ ਦਿਨ ਕਿਸੇ ਮੌਤ ਨੇ ਵੀ ਸਮਾਂ ਸਾਨੂੰ ਨਹੀਂ ਦੇਣਾ। ਇਸ ਲਈ ਸਮਾਂ ਜੀਵਨ ਦਾ ਹੀ ਹੈ। ਇਸ ਜੀਵਨ ਦੇ ਵਿੱਚ ਕੁਝ ਪਲ ਜਿਹੜੇ ਨੇ ਕੱਢ ਕੇ ਅੰਮ੍ਰਿਤ ਵੇਲੇ ਉਸ ਪਰਮ ਸ਼ਕਤੀ ਦਾ ਧਿਆਨ ਧਰੀਏ, ਉਸ ਪਰਮ ਸ਼ਕਤੀ ਨੂੰ ਯਾਦ ਕਰੀਏ ਜਿਹੜੇ ਸਾਰੇ ਸੰਸਾਰ ਨੂੰ ਚਲਾਉਣ ਵਾਲੀ, ਜਿਸ ਨੂੰ ਗੌਡ ਕਹਿ ਦਿੰਦੇ ਆ। ਗੌਡ ਦਾ ਭਾਵ ਹੈ ਜੀ ਦਾ ਭਾਵ ਜਨਰੇਟ ਕਰਨ ਵਾਲਾ, ਉਹ ਦਾ ਭਾਵ ਆਪਰੇਟ ਕਰਨ ਵਾਲਾ, ਤੇ ਡੀ ਦਾ ਭਾਵ ਡਿਸਟਰਾਏ ਕਰਨ ਵਾਲਾ। ਜਿਹੜਾ ਸੰਸਾਰ ਨੂੰ ਪੈਦਾ ਕਰਦਾ ਔਰ ਫਾਇਦਾ ਕਰਨ ਤੋਂ ਬਾਅਦ ਆਪਰੇਟ ਕਰਦਾ ਹੈ, ਭਾਵ ਉਹਦੀ ਪਾਲਣਾ ਪੋਸ਼ਣਾ ਕਰਨ ਵਾਲਾ ਹੈ ਤੇ ਖਿਆਲ ਕਰਨਾ ਅੰਤ ਉਸ ਨੂੰ ਮਾਰ ਦੇਣ ਵਾਲਾ ਹੈ। ਮੌਤ ਜਿਹਦੇ ਹੱਥ ਵਿੱਚ ਹੈ, ਉਸ ਪਰਮ ਸ਼ਕਤੀ ਨੂੰ ਯਾਦ ਰੱਖਣਾ। ਕੁਝ ਸਮਾਂ ਅਸੀਂ ਨਿਤਨੇਮ ਦੇ ਵਿੱਚ ਲਾ ਸਕਦੇ ਹਾਂ, ਔਰ ਸ਼ਾਮ ਨੂੰ ਸੋਦਾ ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ ਹੈ, ਧਿਆਨ ਲਾ ਕੇ, ਸੁਰਤ ਜੋੜ ਕੇ, ਔਰ ਅਰਦਾਸ ਕਰਕੇ ਬਹਿਣਾ ਕਿ ਸੁਰਤ ਉਹਦੇ ਵਿੱਚ ਜੁੜ ਜਾਏ। ਕਿਉਂਕਿ ਜਦੋਂ ਤੱਕ ਸੁਰਤ ਸ਼ਬਦ ਦੇ ਅੰਦਰ ਨਹੀਂ ਜੁੜਦੀ, ਉਦੋਂ ਤੱਕ ਪਾਰ ਉਤਾਰਾ ਨਹੀਂ ਹੋ ਸਕਦਾ, ਜੀਵਨ ਸੁਖਮਈ ਆਨੰਦਮਈ ਨਹੀਂ ਹੋ ਸਕਦਾ। ਇਹ ਲਈ ਸੁਰਤ ਨੂੰ ਜੋੜਨਾ ਹੈ। ਸ਼ਾਮ ਨੂੰ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ ਹੈ ਤੇ ਰਾਤ ਸੋਲਾ ਸਾਹਿਬ ਕਰਕੇ ਸੋਣਾ। ਹੁਣ ਇਹਨਾਂ ਬਾਣੀਆਂ ਦੇ ਵਿੱਚ ਜਿਹੜਾ ਸਮਾਂ ਜੁੜਿਆ ਹੈ, ਪਰ ਬਾਣੀਆਂ ਪੜ੍ਹਨੀਆਂ ਹੀ ਨਹੀਂ, ਜਪ ਕਰਨਾ ਹੀ ਨਹੀਂ, ਬਲਕਿ ਜਪ ਦੇ ਅਨੁਸਾਰ ਹੀ ਜੀਵਨ ਬਣ ਜਾਏ, ਬਾਣੀ ਦੇ ਅਨੁਸਾਰ ਹੀ ਜੀਵਨ ਬਣ ਜਾਏ, ਉਹ ਸਾਡਾ ਅਸਲ ਦੇ ਵਿੱਚ ਜੀਵਨ ਦਾ ਦਸਵੰਧ ਹੋਏਗਾ। ਕਿਉਂਕਿ ਜੇ ਬਾਣੀ ਦੀ ਪੰਕਤੀ ਕਹਿੰਦੀ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਗੁਰੂ ਦੇ ਹੁਕਮ ਦੇ ਅੰਦਰ ਜੀਵਨ ਬਤੀਤ ਕਰਨਾ ਹੈ, ਨਾ ਕਿ ਵਹਿਮਾਂ ਭਰਮਾਂ ਤੇ ਕਰਮ ਕਾਂਡਾਂ ਦੇ ਵਿੱਚ। ਪਹਿਲੀ ਤਾਂ ਗੱਲ ਇਹ ਜਾਣ ਲਈਏ, ਜਪਜੀ ਸਾਹਿਬ ਦਾ ਭਾਵ, ਜਪਜੀ ਸਾਹਿਬ ਦੀ ਬਾਣੀ ਹੈ ਨਾ, ਜਪਜੀ ਸਾਹਿਬ ਦੀ ਪੰਕਤੀ ਹੈ ਨਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇਸ ਲਈ ਸਾਰਾ ਦਿਨ ਉਹਦੇ ਹੁਕਮ ਦੇ ਵਿੱਚ ਬਤੀਤ ਹੋਵੇ। ਉਹਦਾ ਹੁਕਮ ਨੂੰ ਅਸੀਂ ਕੰਧ ਉੱਤੇ ਬੈਠ ਕੇ ਵੀ ਮੰਨ ਸਕਦੇ ਹਾਂ, ਕਮਾ ਸਕਦੇ ਹਾਂ। ਉੱਥੇ ਵੀ ਅਸੀਂ ਸਵਾਸਾਂ ਦਾ ਦਸਵੰਧ ਕੱਢ ਸਕਦੇ ਹਾਂ। ਕਿਵੇਂ? ਹੁਣ ਕਿਰਤਕਾਰ ਜੀ ਸਤਿਗੁਰੂ ਜੀ ਨੇ, ਹੋਰ ਸਾਡੇ ਗੁਰਸਿੱਖਾਂ ਨੇ, ਜਿਨ੍ਹਾਂ ਦੀ ਬਾਣੀ ਮਿਲ ਜਾਂਦੀ ਹੈ ਸਾਨੂੰ, ਭਾਈ ਨੰਦ ਲਾਲ ਜੀ, ਭਾਈ ਗੁਰਦਾਸ ਜੀ, ਤੇ ਉਹਨਾਂ ਨੇ ਇਹ ਗੱਲ ਸਾਹਮਣੇ ਰੱਖੀ ਹੈ ਕਿ ਦੁਕਾਨ ਤੇ ਬੈਠ ਕੇ ਜੇ ਤੁਸੀਂ ਇਮਾਨਦਾਰੀ ਦੀ ਕਮਾਈ ਕਰ ਰਹੇ ਹੋ, ਧਰੋਹ ਨਹੀਂ ਕਿਸੇ ਨਾਲ ਕਰ ਰਹੇ, ਕਿਸੇ ਨਾਲ ਲੁੱਟਮਾਰ ਨਹੀਂ ਕਰ ਰਹੇ, ਆਪਣਾ ਹੱਕ ਲੈ ਰਹੇ ਹੋ, ਲੁੱਟਮਾਰ ਨਹੀਂ ਕਰ ਰਹੇ, ਕਿਸੇ ਨਾਲ ਧਰੋਹ ਨਹੀਂ ਕਰ ਰਹੇ, ਕਿਸੇ ਨਾਲ ਹੇਰਾਫੇਰੀ ਨਹੀਂ ਕਰ ਰਹੇ, ਕਿਸੇ ਦਾ ਜੇਬ ਨਹੀਂ ਤੁਸੀਂ ਵੱਢ ਰਹੇ, ਇਮਾਨਦਾਰੀ ਦੀ ਕਮਾਈ ਕਰਦੇ ਹੋ, ਦਸਾਂ ਨੌਵਾਂ ਦੀ ਕਮਾਈ ਕਰਦੇ ਹੋ, ਤਾਂ ਸਮਝ ਲੈਣਾ ਇਹ ਵੀ ਸਾਡਾ ਦਸਵੰਧ ਹੈ ਗੁਰੂ ਵਾਲੇ ਪਾਸੇ, ਕਿਉਂਕਿ ਅਸੀਂ ਗੁਰੂ ਦਾ ਹੁਕਮ ਮੰਨਿਆ ਹੈ। ਫਿਰ ਉਸ ਕਿਰਤ ਕਮਾਈ ਦੇ ਦਸਵੰਧ ਦੇ ਵਿੱਚੋਂ ਕੋਈ ਗਰੀਬ ਗੁਰਬਾ ਤੁਹਾਡੇ ਦੁਕਾਨ ਤੇ ਆ ਗਿਆ ਜਾਂ ਘਰ ਦੇ ਵਿੱਚ ਆ ਗਿਆ, ਤੇ ਉਸ ਨੂੰ ਜਿਹੜਾ ਦਸਵੰਧ ਅਸੀਂ ਗੁਰੂ ਦੇ ਨਾਂ ਕੱਢਿਆ, ਉਸ ਦਸਵੰਧ ਦੇ ਵਿੱਚ ਉਹਦੀ ਲੋੜ ਵੀ ਪੂਰੀ ਕਰਨੀ ਹੈ। ਲੋੜ ਵੀ ਉਹਦੇ ਵਿੱਚੋਂ ਅਸੀਂ ਪੂਰੀ ਕਰਨੀ ਹੈ ਗਰੀਬ ਦੀ। ਕਈ ਵਾਰ ਇਹ ਸੋਚ ਬਣਦੀ ਕਿ ਇਹਨੂੰ ਪੈਸਾ ਦੇ ਦਿਆਂਗੇ, ਨਸ਼ੇ 'ਚ ਖਰਚ ਲਏਗਾ, ਇੱਧਰ ਉੱਧਰ ਖਰਚ ਲਏਗਾ। ਤੇ ਪਿਆਰੋ, ਫਿਰ ਅਸੀਂ ਇਹ ਵੀ ਕਰ ਸਕਦੇ ਹਾਂ ਕਿ ਉਸ ਨੂੰ ਕਪੜਾ ਲੱਤਾ ਲੈ ਕੇ ਦੇ ਦਈਏ, ਉਸ ਦੇ ਬੱਚਿਆਂ ਨੂੰ ਪੜ੍ਹਾ ਦਈਏ, ਜਾਂ ਉਸ ਨੂੰ ਛੋਟੀ ਮੋਟੀ ਕਿਰਤਕਾਰ ਖੋਲ ਦਈਏ ਉਸ ਦਸਵੰਧ ਦੇ ਨਾਲ, ਉਸ ਦੀ ਬੱਚੀ ਦਾ ਵਿਆਹ ਕਰਵਾ ਦਈਏ। ਇਸ ਤਰ੍ਹਾਂ ਦੇ ਕਾਰਜ ਕਰਕੇ ਅਸੀਂ ਇਸ ਦਸਵੰਧ ਨੂੰ ਕਿਤੇ ਖਰਚ ਕਰ ਸਕਦੇ ਹਾਂ। ਇਹ ਸਾਡਾ ਜੀਵਨ ਦਾ ਦਸਵੰਧ ਹੋਏਗਾ ਜਿਹੜਾ ਅਸੀਂ ਕੱਢਿਆ। ਹੱਥੋਂ ਦੇ ਕੇ ਭਲਾ ਮਨਾਵੇ, ਆਪਣੇ ਹੱਥੋਂ ਦੇ ਕੇ ਭਲਾ ਮਨਾਉਂਦਾ, ਦੂਜੇ ਦਾ ਵੀ ਭਲਾ ਕਰਦਾ ਤੇ ਉਹਦੇ ਨਾਲ ਆਪਣਾ ਵੀ ਭਲਾ ਹੋ ਜਾਂਦਾ। ਕਿਸੇ ਦਾ ਭਲਾ ਕਰਾਂਗੇ ਤੇ ਆਪਣਾ ਹੀ ਭਲਾ ਹੋਏਗਾ, ਕਿਸੇ ਲਈ ਖੱਡਾ ਖੋਦਾਂਗੇ ਤੇ ਆਪਣੇ ਲਈ ਵੀ ਇੱਕ ਦਿਨ ਖੁਦੇਗਾ। ਇਹ ਧਿਆਨ ਰੱਖਿਆ ਜੀ।
ਅਸੀਂ ਇਸ ਤਰ੍ਹਾਂ ਗੁਰੂ ਦਾ ਦਸਵੰਧ ਕੱਢ ਸਕਦੇ ਹਾਂ। ਉਸ ਦੇ ਹੁਕਮਾਂ ਦੀ ਪਾਲਣਾ ਜੀਵਨ ਦੇ ਅੰਦਰ ਕਰਦਿਆਂ ਹੋਇਆਂ ਫਿਰ ਮਾਤਾ ਪਿਤਾ ਦਾ ਸਤਿਕਾਰ ਹੋਵੇ, ਵੱਡਿਆਂ ਦਾ ਆਦਰ ਸਤਿਕਾਰ ਹੋਵੇ, ਉਹਨਾਂ ਨੂੰ ਆਪਣੀ ਥਾਂ ਦਿੱਤੀ ਜਾਵੇ। ਛੋਟਿਆਂ ਨਾਲ ਸਾਡਾ ਭਰਾਤਰੀ ਭਾਵ ਹੋਵੇ, ਹਰ ਇੱਕ ਦੇ ਨਾਲ ਭਰਾਤਰੀ ਭਾਵ ਹੋਵੇ। ਦਸਵੰਧ ਕੱਢਣਾ ਹੈ, ਹਰ ਇੱਕ ਨਾਲ ਮੇਲ ਮਿਲਾਪ ਭਰਾਤਰੀ ਭਾਵ ਰੱਖਣਾ ਹੈ, ਔਰ ਪੰਜਾਂ ਵਿਕਾਰਾਂ ਨੂੰ ਗੁਰੂ ਬਖਸ਼ਿਸ਼ ਸਦਕਾ ਕਿਰਪਾ ਸਦਕਾ ਨੇੜੇ ਨਹੀਂ ਆਉਣ ਦੇਣਾ। ਅਰਦਾਸ ਕਰਨੀ ਸਤਿਗੁਰੂ ਕੀ ਕਿ ਜੇ ਅੱਜ ਤੇਰਾ ਨੇਮ ਕੀਤਾ ਇਹਦੇ ਅਨੁਸਾਰ ਜੀਵਨ ਬਤੀਤ ਹੋ ਜਾਏ ਤੇ ਪੰਜ ਮੇਲ ਨੇੜੇ ਨਾ ਆਉਣ, ਪੰਜ ਮੇਰੇ ਨੇੜੇ ਨਾ ਆਉਣ, ਔਰ ਮੈਂ ਤੇਰਾ ਸਰੂਪ ਹੋ ਸਕਾਂ। ਇਹਦੀ ਅਰਦਾਸ ਕਰਨੀ ਹੈ। ਅਰਦਾਸ ਕਰਾਂਗੇ ਸਤਿਗੁਰੂ ਕੇ ਕ੍ਰੋਧ ਤੇ ਵੀ ਜਿੱਤ ਹੋਵੇਗੀ, ਕਾਮ ਤੇ ਵੀ ਜਿੱਤ ਹੋਵੇਗੀ, ਲੋਭ ਤੇ ਵੀ ਜਿੱਤ ਹੋਵੇਗੀ, ਮੋਹ ਤੇ ਵੀ ਜਿੱਤ ਹੋਵੇਗੀ, ਹੰਕਾਰ ਤੇ ਵੀ ਜਿੱਤ ਹੋਵੇਗੀ। ਇਹ ਸਾਰੀਆਂ ਚੀਜ਼ਾਂ ਸਾਡੇ ਨੇੜੇ ਨਹੀਂ ਆਉਣਗੀਆਂ। ਇਸ ਤਰ੍ਹਾਂ ਆਪਣੀ ਸਵਾਸਾਂ ਦਾ ਦਸਵੰਧ ਜਿਹੜਾ ਕੱਢਿਆ ਜਾ ਸਕਦਾ ਹੈ, ਕਿਸੇ ਦਾ ਭਲਾ ਕਰਕੇ, ਇਮਾਨਦਾਰੀ ਦੀ ਕਮਾਈ ਕਰਕੇ, ਵੱਡਿਆਂ ਦਾ ਆਦਰ ਸਤਿਕਾਰ ਕਰਕੇ, ਉਹਨਾਂ ਨੂੰ ਆਪਣੀ ਜਗ੍ਹਾ ਦੇ ਕੇ, ਛੋਟਿਆਂ ਦਾ ਭਰਾਤਰੀ ਭਾਵ ਰੱਖ ਕੇ, ਔਰ ਅਸੀਂ ਆਪਣੇ ਜੀਵਨ ਦੇ ਅੰਦਰ ਜਦੋਂ ਇਹ ਗੁਣ ਵਸਾਉਂਦੇ ਆ ਤੇ ਜੀਵਨ ਪ੍ਰਮਾਤਮਾ ਦਾ ਸਰੂਪ ਹੋ ਜਾਂਦਾ ਹੈ ਤੇ ਅਸਲ ਦੇ ਵਿੱਚ ਸਾਡਾ ਦਸਵੰਧ ਦਾ ਨਿਕਲ ਜਾਂਦਾ ਹੈ। 2 ਘੰਟੇ 40 ਮਿੰਟ ਅਸੀਂ ਇਸ ਤਰੀਕੇ ਨਾਲ ਕੱਢਣੇ ਨੇ ਕਰਮ ਕਰਦਿਆਂ ਹੋਇਆਂ। ਉਸ ਦੇ ਵਿੱਚ ਅਸੀਂ ਜੋ ਕੁਝ ਸਾਨੂੰ ਆਉਂਦਾ ਹੈ, ਗੁਰਮਤਿ ਨਾਲ ਅਸੀਂ ਜੁੜੇ ਹਾਂ, ਅਸੀਂ ਗੁਰਮਤਿ ਦੀ ਗੱਲ ਕਰਦੇ ਹਾਂ, ਬਾਣੀ ਦੀ ਗੱਲ ਕਰਦੇ ਹਾਂ ਤੇ ਆਪ ਜਪੋ ਅਵਰਾ ਨਾਮ ਜਪਾਓ ਵਾਲਾ ਵਾਕ ਸਿੱਧ ਕੀਤਾ ਜਾ ਸਕਦਾ ਹੈ। ਤੇ ਅਸੀਂ ਇਸ ਤਰੀਕੇ ਨਾਲ ਜਿੱਥੇ ਆਪ ਜਪਣਾ ਹੈ, ਲੋਕਾਂ ਨੂੰ ਵੀ ਜਪਾਣਾ ਹੈ, ਤੇ ਇਹ ਵੀ ਸਾਡਾ ਦਸਵੰਧ ਹੋਵੇਗਾ ਸਮੇਂ ਦਾ। ਇਹ ਸਾਡਾ ਦਸਵੰਧ ਹੋਵੇਗਾ ਸਮੇਂ ਦਾ। ਕਿਸੇ ਬੱਚੇ ਨੂੰ ਪੜ੍ਹਾ ਦਿਆਂਗੇ, ਮੁਕਾਮ ਹਾਸਲ ਕਰ ਜਾਏਗਾ, ਜਾਂ ਕਿਸੇ ਗਰੀਬ ਦੀ ਅਸੀਂ ਲੋੜ ਪੂਰੀ ਕਰ ਦਿੱਤੀ ਹੈ, ਜਾਂ ਕਿਸੇ ਦਾ ਅਸੀਂ ਭਲਾ ਕੀਤਾ ਹੈ, ਪਰਉਪਕਾਰ ਕੀਤਾ ਹੈ, ਤੇ ਸਮਝ ਲੈਣਾ ਇਹ ਸਾਰਾ ਸਾਡਾ ਦਸਵੰਧ ਵਾਲੇ ਪਾਸੇ ਨਿਕਲਿਆ। ਔਰ ਚੰਗੇ ਗੁਣਾਂ ਨੂੰ ਸੰਜੋਣਾ, ਕਿਉਂਕਿ ਚੰਗੇ ਗੁਣਾਂ ਦੇ ਲਈ ਅਸੀਂ ਸੰਸਾਰ ਦੇ ਉੱਤੇ ਆਏ ਹਾਂ। ਇਸੇ ਲਈ ਸਤਿਗੁਰੂ ਜੀ ਨੇ ਕਿਹਾ, ਜਾਂ ਕੋ ਆਏ ਸੋਈ ਵਿਆਜੋ, ਹਰ ਗੁਰ ਤੇ ਮਨੇ ਵਿਸੇਰਾ, ਨਿਜ ਕਰਮੈਲ ਪਾਵੋ ਸੁਖ ਸਜੇ, ਬਹੁ ਨਾ ਹੋਏਗੋ ਫਿਰ। ਦੁਬਾਰਾ ਫੇਰਾ ਨਹੀਂ ਪਾਣਾ ਪਏਗਾ, ਦੁਬਾਰਾ ਸੰਸਾਰ ਤੇ ਨਹੀਂ ਆਉਣਾ ਪਏਗਾ, ਅਸੀਂ ਮੁਕਤ ਹੋ ਜਾਵਾਂਗੇ। ਇਸ ਲਈ ਇਸ ਤਰ੍ਹਾਂ ਅਸੀਂ ਆਪਣੇ ਸਮੇਂ ਦਾ ਦਸਵੰਧ ਕਰ ਸਕਦੇ ਹਾਂ, 2 ਘੰਟੇ 40 ਮਿੰਟ। ਔਰ ਇੱਕ ਗੱਲ ਦਾ ਧਿਆਨ ਰੱਖਣਾ, ਗੁਰੂ ਨੇ ਬਾਣੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਹੱਥ ਕਾਰ ਵੱਲ, ਚਿੱਤ ਕਰਤਾਰ ਵੱਲ। ਕਿ ਹੱਥ ਕਾਰ ਦੇ ਵੱਲ ਹੋਵੇ ਔਰ ਚਿੱਤ ਉਸ ਪਰਮਾਤਮਾ ਨਾਲ ਜੁੜਿਆ ਹੋਵੇ। ਜਦੋਂ ਇਹੋ ਜਿਹਾ ਭਾਵ ਸਾਡੇ ਅੰਤਰਾਤਮੇ ਬਣ ਜਾਏਗਾ, ਉਸ ਵੇਲੇ ਸਮਝ ਲੈਣਾ ਸਾਡਾ ਦਸਵੰਧ ਗੁਰੂ ਕੇ ਚਰਨਾਂ ਵਿੱਚ ਸਮੇਂ ਦਾ ਨਿਕਲ ਗਿਆ ਹੈ। ਔਰ ਅਸੀਂ ਯਤਨਸ਼ੀਲ ਹੋਈਏ ਸਮੇਂ ਦਾ ਦਸਵੰਧ ਕੱਢਣ ਲਈ। ਸਾਰਾ ਦਿਨ ਉਹਦੀ ਯਾਦ ਵਿੱਚ ਰਹਾਂਗੇ, ਉਹਦੀ ਯਾਦ ਅਨੁਸਾਰ ਕਰਮ ਕਰਾਂਗੇ, ਤੇ ਸਮਝ ਲੈਣਾ ਸਾਡਾ ਦਸਵੰਧ ਨਿਕਲ ਰਿਹਾ ਸਮੇਂ ਦਾ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ, ਤੇ ਨੀਚੇ ਸਬਸਕ੍ਰਾਈਬ ਦਾ ਲਾਲ ਬਟਨ ਆਪ ਨੂੰ ਨਜ਼ਰ ਆ ਰਿਹਾ ਹੈ, ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਤੇ ਨਾਲ ਬੈਲ ਆਈਕਨ ਤੇ ਜਾ ਕੇ ਪੁਸ਼ ਕਰਕੇ ਆਪ ਜੀ ਆਲ ਨੋਟੀਫਿਕੇਸ਼ਨ ਤੇ ਕਲਿੱਕ ਕਰ ਦੇਣਾ, ਤਾਂ ਕਿ ਅੱਗੇ ਤੋਂ ਜੋ ਵੀ ਵੀਡੀਓ ਅਪਲੋਡ ਹੋਵੇ ਉਹ ਸਭ ਤੋਂ ਪਹਿਲਾਂ ਆਪ ਜੀ ਤੱਕ ਪਹੁੰਚੇ, ਔਰ ਆਪ ਜੀ ਉਸ ਨੂੰ ਸਰਵਣ ਕਰਕੇ ਦਾਸ ਨੂੰ ਅਸੀਸ ਦੇ ਸਕੋ। ਇਸ ਤਰ੍ਹਾਂ ਦੇ ਕੋਈ ਹੋਰ ਸਵਾਲ ਤੁਹਾਡੇ ਮਨਾਂ 'ਚ ਹੋਣਗੇ ਤੇ ਜ਼ਰੂਰ ਆਪ ਜੀ ਕਮੈਂਟ ਬਾਕਸ ਦੇ ਵਿੱਚ ਲਿਖ ਦੇਣਾ, ਜਾਂ ਆਪ ਉੱਥੇ ਨੰਬਰ ਦਿੱਤੇ ਹੁੰਦੇ ਨੇ, ਆਪ ਨੰਬਰਾਂ ਤੇ WhatsApp ਕਰ ਸਕਦੇ ਹੋ। ਤੇ ਇੱਕ ਗੱਲ ਮੈਂ ਹੋਰ ਆਪ ਜੀ ਦੇ ਚੇਤੇ ਕਰਾ ਦਿਆਂ, ਦਾਸ ਹਰ ਵੀਡੀਓ ਵਿੱਚ ਆਪ ਜੀ ਨਾਲ ਸਾਂਝੀ ਕਰ ਰਿਹਾ ਹੈ ਕਿ ਕੁਝ ਸਮੇਂ ਪਹਿਲਾਂ ਤੋਂ ਐਫੀਲੀਏਟ ਪ੍ਰੋਗਰਾਮ Amazon ਦਾ ਜੁਆਇਨ ਕੀਤਾ ਹੈ ਦਾਸ ਨੇ, ਤੇ ਜਿਹੜੇ ਈ-ਕਾਮਰਸ ਸਾਈਟਾਂ ਤੋਂ ਪ੍ਰੋਡਕਟ ਖਰੀਦਣ ਦੇ ਚਾਹਵਾਨ ਨੇ ਉਹ ਪ੍ਰੋਡਕਟ ਪਰਚੇਜ ਕਰ ਸਕਦੇ ਨੇ। ਦਾਸ Amazon ਦੇ ਲਿੰਕ ਆਪਣੀ ਇਸ ਵੀਡੀਓ ਦੇ ਵਿੱਚ ਔਰ ਜੋ ਪਹਿਲਾਂ ਵੀਡੀਓ ਆਈਆਂ ਨੇ ਉਹਨਾਂ ਦੇ ਵਿੱਚ ਵੀ ਦਿੱਤੇ ਹੋਏ ਨੇ। ਆਪ ਕਿਸੇ ਵੀਡੀਓ ਨੂੰ ਵੇਖਦਿਆਂ ਹੋਇਆਂ ਲਿੰਕ ਤੇ ਜਾ ਕੇ ਆਪਣੇ ਮਨਪਸੰਦ ਪ੍ਰੋਡਕਟ ਖਰੀਦ ਸਕਦੇ ਹੋ। ਸਤਿਗੁਰ ਕਿਰਪਾ ਕਰਨ, ਮਿਹਰ ਪ੍ਰਿਆਤ ਰੱਖਣ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਅਸੀਂ ਰੋਜ਼ਾਨਾ ਸਮੇਂ ਦਾ ਦਸਵੰਧ ਜ਼ਰੂਰ ਕੱਢੀਏ। ਇਤਨੇ ਕੋ ਬਚਨ ਕਰਦਾ ਹੋਇਆ ਖਿਮਾ ਦਾ ਜਾਚਕਾਂ। ਗੁਰੂ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ। ਬੁਲਾਓ ਵਖਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।